लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 480। ਹੁਣ ਤੱਕ ਭਗਤਾ ਬਾਣੀ ਆਸਾ ਰਾਗ ਦੇ ਵਿੱਚ ਕਬੀਰ ਸਾਹਿਬ ਦੇ 17 ਸ਼ਬਦ ਸੰਪੂਰਨ ਹੋਏ ਨੇ। ਆਸਾ ਗगन नगर एक बूंद न बरखै, नाद कहाँ जो समाना। पार ब्रह्म परमेश्वर माधो, परमहंस ले सिधाना। आसा गगन नगर एक बूंद न बरखै, नाद कहाँ जो समाना। पार ब्रह्म परमेश्वर माधो, परमहंस ले सिधाना। बाबा बोलते कहाँ गए, बोलते ते देही के संग रहते। सुरत माहे जो नृत्य करते, कथा वार्ता कहते। रहाओ, क्योंकि रहाओ तक की पंक्ति जिहड़ी है ਉਹਦੇ ਸਾਨੂੰ ਸਮਝ ਆਉਂਦੀ ਕਬੀਰ ਸਾਹਿਬ ਦੀ ਬੋਲੀ, ਕਬੀਰ ਸਾਹਿਬ ਦੀ ਬਾਣੀ, ਸ਼ੈਲੀ, ਲਿਖਣ ਦਾ ਢੰਗ ਇਹੋ ਜਿਹਾ ਹੈ ਕਿ ਇਹਨੂੰ ਸਮਝਣਾ ਪੈਂਦਾ ਹੈ। ਅੱਖਰੀ ਅਰਥ ਕਰ ਦਈਏ ਤਾਂ ਕੁਝ ਹੋਰ ਬਣ ਜਾਂਦੇ ਨੇ। ਜਦ ਤੱਕ ਡੂੰਘਾਈ ਤੱਕ ਨਹੀਂ ਜਾਂਦੇ, ਕਬੀਰ ਸਾਹਿਬ ਕਹਿੰਦੇ ਭਾਵਨਾਤਮਕ ਜਿਹੜੀ ਗੱਲ ਹੈ ਉਹਨਾਂ ਦੀ ਕਹਿਣ ਦਾ ਤਰੀਕਾ, ਢੰਗ ਜਿਹੜਾ ਹੈ ਉਹ ਇੰਨਾ ਵਧੀਆ ਹੈ ਕਿ ਜੇ ਸਮਝ ਆ ਜਾਏ ਤੇ ਸਿੱਧੀ ਗੱਲ ਦਿਮਾਗ ਨੂੰ ਜਾਂਦੀ। ਆਸਾ गगन नगर एक बूंद न बरखै, नाद कहाँ जो समाना। पार ब्रह्म परमेश्वर माधो, परमहंस ले सिधाना। बाबा बोलते ते कहाँ गए, देही के संग रहते। सुरत माहे जो नृत्य करते, कथा वार्ता कहते। रहाओ, कबीर साहब ने इस शब्द विच मन की अवस्था जदों साडी बदल जाती, सिमरन करते हैं, विचार करते हैं, बाणी पढ़ते हैं, जिहड़ा मन पहला बोलता रहिंदा सी सिर्फ देही दी वास्ते ही, सवेरे उठण तो लैके सौण तक ते सुपने बुणदा रहिंदा, सुत्ता उठ होया भी देही वास्ते कि की खाना है, की पहनना है, की बोलना है, की करना। ਜਿਹੜਾ ਅੰਦਰ ਰੌਲਾ ਪਿਆ ਹੋਇਆ ਹੈ ਕਾਮ ਦਾ, ਕ੍ਰੋਧ ਦਾ, ਤ੍ਰਿਸ਼ਨਾਵਾਂ ਦਾ, ਈਰਖਾ ਦਾ, ਹਉਮੈ ਦਾ, ਵਿਕਾਰਾਂ ਦਾ, ਉਹਦੀ ਗੱਲ ਕਰਦੇ ਨੇ ਕਿ ਇੰਨਾ ਕੁਝ ਬੋਲਦਾ ਪਿਆ ਸੀ। ਬੋਲਤੇ ਤੇ ਕਹਿੰਦੇ ਕਿੱਥੇ, ਉਹ ਕਿੱਧਰ ਚਲੇ ਗਏ ਜਿਹੜੇ ਬੋਲਦੇ ਸਨ। ਭਾਵ ਸਾਡੇ ਫੁਰਨੇ ਜੋ ਮਨ 'ਚ 1 ਮਿੰਟ ਵਿੱਚ 60,000 ਫੁਰਨੇ ਬੁਣ ਦਿੰਦਾ। ਮਨ ਦੀ ਸਪੀਡ ਇੰਨੀ ਤੇਜ਼ ਹੈ ਕਿ 1 ਮਿੰਟ ਵਿੱਚ 60,000 ਫੁਰਨੇ ਹੁੰਦੇ ਇਹਦੇ। ਤੇ ਜਿਹੜਾ ਸਾਡਾ ਬ੍ਰੇਨ ਹੈ, ਦਿਮਾਗ ਸਾਡਾ, ਉਹ ਫਿਰ ਚੁਣਦਾ ਹੈ ਕਿ ਕਿਹੜੇ ਕਿਹੜੇ ਸਾਨੂੰ ਚਾਹੀਦੇ ਨੇ, ਬਾਕੀ ਵਾਸ਼ ਕਰ ਦਿੰਦਾ। ਜੇ ਸਾਰੇ ਹੋ ਜਾਣ ਤੇ ਬੰਦਾ ਮੈਮਰੀ 'ਚ ਬਲੌਕ ਹੋ ਜਾਏ ਸਾਰਾ ਕੁਝ। ਇਸ ਕਰਕੇ ਕੁਦਰਤ ਦੀ ਇਸ ਨਿਯਮ ਨੂੰ ਸਮਝਣ ਲਈ ਕਿ ਜਦੋਂ ਉਹ ਪਰਮਾਤਮਾ ਨਾਲ ਜੁੜਿਆ, ਉਸ ਪ੍ਰਭੂ ਨੇ ਕਿਰਪਾ ਕੀਤੀ। ਗगन ਨਗਰ ਇੱਕ ਬੂੰਦ ਨਾ ਬਰਖੈ, ਇਹ ਦਿਮਾਗ ਰੂਪੀ ਨਗਰ ਦੇ ਵਿੱਚ 10ਵਾਂ ਦਵਾਰ, ਚੌਥੇ ਘਰ ਵਿੱਚ ਜਦੋਂ ਬੰਦਾ ਪਹੁੰਚਿਆ, ਕਹਿੰਦੇ ਉੱਥੇ ਥੋੜ੍ਹਾ ਜਿੰਨਾ ਵੀ ਫੁਰਨਾ ਨਹੀਂ ਫੁਰਦਾ।
ਨਾਦ ਕਹਾਂ ਜੋ ਸਮਾਨਾ, ਜਿਹੜੇ ਅੰਦਰ ਨਾਦ ਵੱਜਦੇ ਸਨ ਬੜੇ ਉੱਚੀ ਉੱਚੀ, ਮਨ ਦਾ ਰੌਲਾ, ਉਹ ਕਿੱਥੇ ਸਮਾ ਗਿਆ? ਕਹਿੰਦੇ ਉਹ ਕਿੱਥੇ ਚਲਾ ਗਿਆ? ਮਨ ਨੂੰ ਸਿਮਰਨ ਕਰਦਿਆਂ ਹੋਇਆਂ ਬਾਣੀ ਨਾਲ ਜੁੜਿਆ, ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਕਹਿੰਦੇ ਜਿਹੜਾ ਮਨ ਦਾ ਅੰਦਰ ਰੌਲਾ ਸੀ ਫਿਰ ਉਹ ਕਿੱਥੇ ਚਲਾ ਗਿਆ? ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ, ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਕੇ ਕਹਿੰਦੇ ਉਹ ਚੜ੍ਹਾਈ ਕਰ ਗਿਆ, ਉਹ ਨਾਲ ਹੀ ਲੈ ਗਿਆ ਉਹਨੂੰ। ਉਸ ਪਰਮਾਤਮਾ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਇਹ ਜਿਹੜਾ ਅੰਦਰ ਰੌਲਾ ਰੱਪਾ ਅੰਦਰ ਪਿਆ ਹੋਇਆ ਸੀ ਸਾਰਾ ਸਾਰਾ, ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਕਹਿੰਦੇ ਸਾਰਾ ਹੀ ਚਲਾ ਗਿਆ, ਦੂਰ ਹੋ ਗਿਆ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਇਹ ਭਾਈ ਇਹ ਗਿਆਨ ਇੰਦਰੀ ਸਾਰੇ ਹੀ ਬੋਲਦੇ, ਅੱਖਾਂ ਵੀ ਬੋਲਦੀਆਂ, ਕੰਨ ਵੀ ਬੋਲਦੇ, ਸਾਡਾ ਸਰੀਰ ਦੇ ਵਿੱਚ ਸਾਰਾ ਕੁਝ ਬੋਲਦਾ, ਮਨ ਅੰਤਰ ਬੋਲਿਆ ਸਭ ਕੋਈ। ਕਹਿੰਦੇ ਜਿਹੜਾ ਮਨ ਅੰਦਰ ਰੌਲਾ ਪਿਆ ਹੋਇਆ ਸੀ, ਉਹ ਜਿਹੜੇ ਫੁਰਨੇ ਸਨ ਉਹ ਕਿੱਥੇ ਚਲੇ ਗਏ? ਵੀਰ ਸਾਹਿਬ ਪੁੱਛਦੇ ਨੇ, ਕਹਿੰਦੇ ਵੇਖੋ ਹਾਲਤ ਇਹ ਬਣ ਗਈ, ਇਹ ਨਹੀਂ ਪਤਾ ਚੱਲਦਾ ਕਿ ਹੁਣ ਗਏ ਕਿੱਥੇ। ਇਹ ਜਿਹੜੇ ਸਿਮਰਨ ਅਭਿਆਸੀ ਨੇ, ਸਿਮਰਨ ਕਰਨ ਵਾਲੇ ਨੇ, ਉਹ ਇਸ ਗੱਲ ਨੂੰ ਜਾਣਦੇ ਨੇ, ਸਮਝਦੇ ਨੇ, ਉਹ ਸਮਝਣਗੇ ਇਸ ਗੱਲ ਨੂੰ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਜਿਹੜੇ ਫੁਰਨੇ ਹਮੇਸ਼ਾ ਦੇਹੀ ਦੇ ਆਲੇ ਦੁਆਲੇ ਹੀ ਘੁੰਮਦੇ ਸੀ, ਸਿਰਫ ਦੇਹ ਅਧਿਆਸ ਤੱਕ ਜੁੜੇ ਹੋਏ ਸਨ ਜਿਹੜੇ, ਉਹ ਕਿੱਥੇ ਚਲੇ ਗਏ? ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਕਹਿੰਦੇ ਆਪਣੀ ਸੁਰਤੀ 'ਚ ਲੈ ਕੇ ਬੰਦਾ, ਆਪਾਂ ਵੇਖਦੇ ਹਾਂ ਕਈ ਵਾਰੀ ਲੋਕ ਤੁਰੇ ਜਾਂਦੇ ਬੋਲਦੇ ਤੁਰੇ ਜਾਂਦੇ ਹੁੰਦੇ ਨੇ, ਬੋਲਦੇ ਹੀ ਉਹਨਾਂ ਦਾ ਧਿਆਨ ਕਿਤੇ ਹੁੰਦਾ, ਜਾ ਕਿਤੇ ਰਹੇ ਹੁੰਦੇ, ਉਹ ਬੋਲ ਕੌਣ ਰਿਹਾ ਅੰਦਰ? ਮਨ। ਕਹਿੰਦੇ ਉਹ ਕਥਾ ਵਾਰਤਾ ਅੰਦਰ ਹੀ ਕਰਦੇ ਰਹੇ, ਉਹ ਚਲੇ ਕਿੱਥੇ ਗਏ? ਜਿਹੜੇ ਬੜਾ ਕੁਝ ਬੋਲਦੇ ਪਏ ਸਨ, ਲੰਬੀਆਂ ਲੰਬੀਆਂ ਸੋਚਾਂ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ ਅਕਲ ਦੇ ਘੋੜੇ ਦੜਾਉਣੇ, ਉਹ ਫਿਰ ਕਿੱਧਰ ਚਲੇ ਗਏ? ਕਹਿੰਦੇ ਮਨ ਦੀਆਂ ਬਿਰਤੀਆਂ ਇਕਾਗਰ ਹੋ ਗਈਆਂ, ਮਨ ਇੱਕ ਪਾਸੇ ਜੁੜ ਗਿਆ, ਮਨ ਅੰਦਰ ਰੌਲੇ ਰੱਪੇ ਸਾਰੇ ਹੀ ਫੁਰਨੇ ਖਤਮ ਹੋ ਗਏ। ਇਹ ਉਹ ਅਵਸਥਾ ਦੀ ਗੱਲ ਕਰਦੇ ਨੇ ਕਬੀਰ ਸਾਹਿਬ, ਜਦੋਂ ਮਨੁੱਖ ਦਸਮ ਦਵਾਰ ਚੌਥਾ ਪਦ ਨਿਜ ਘਰ ਸਹਿਜ ਅਵਸਥਾ, ਉਹ ਅਵਸਥਾ ਦੀ ਮਹਾਰਾਜ ਗੱਲ ਕਰਦੇ ਨੇ ਕਬੀਰ ਸਾਹਿਬ। ਹਾਂਜੀ। ਬਜਾਵਣ ਹਾਰੋ ਕਹਾਂ ਗਇਓ, ਬਜਾਵਨ ਹਾਰੋ ਕਾਂ ਗਇਓ, ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਬਜਾਵਨ ਹਾਰੋ ਕਹਾਂ ਗਇਓ, ਜਿਨੇ ਮੰਦਰ ਕੀਨਾ। ਕਬੀਰ ਸਾਹਿਬ ਕਹਿੰਦੇ ਇਹਨੂੰ ਵਜਾਉਣ ਵਾਲਾ, ਜਿਹਨੇ ਇਹ ਮੰਦਰ ਢੋਲ ਵਜਾਉਂਦਾ ਪਿਆ ਸੀ, ਮੰਦਰ ਦਾ ਇੱਥੇ ਭਾਵ ਹੈ ਢੋਲ, ਜਿਹੜਾ ਮਾਇਆ ਦਾ ਢੋਲ ਖੜਕਾਉਣ ਲੱਗਾ ਹੋਇਆ ਸੀ ਇਹ ਮਨ, ਉਹ ਹੁਣ ਕਿੱਧਰ ਚਲਾ ਗਿਆ? ਸਾਖੀ ਸੁਰ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਕਹਿੰਦੇ ਇਹਦਾ ਸਾਰਾ ਤੇਜ ਖਿੱਚਿਆ ਗਿਆ, ਹੁਣ ਤੇ ਅੰਦਰ ਕੋਈ ਸ਼ਬਦ ਨਹੀਂ ਉਪਜਦਾ ਇਹਨੇ, ਇਹ ਸੁਰਤੀ ਉਧਰ ਨੂੰ ਜਾਂਦੀ ਨਹੀਂ, ਦੇ ਅਭਿਆਸ ਵੱਲ ਨੂੰ। ਇਹ ਮਨ ਇਕਾਗਰ ਹੋਇਆ ਹੋਇਆ, ਸਥਿਰ ਹੋਇਆ ਹੋਇਆ, ਕਹਿੰਦੇ ਹੁਣ ਮਨ ਲੱਭਦਾ ਹੀ ਨਹੀਂ ਕਿੱਥੇ ਗਿਆ। ਪਹਿਲਾਂ ਤੇ ਮਨ ਹੀ ਸਾਡੇ ਅੰਦਰ ਪ੍ਰਧਾਨ ਹੋਇਆ ਹੋਇਆ ਸੀ, ਕਹਿੰਦੇ ਇਹ ਮਨ ਕਿੱਧਰ ਚਲਾ ਗਿਆ? ਉਸ ਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਪਤਾ ਹੀ ਨਹੀਂ ਲੱਗਿਆ, ਕਹਿੰਦੇ ਗਿਆ ਕਿੱਧਰ ਨੂੰ ਹੁਣੇ, ਹੁਣ ਸਾਨੂੰ ਮਨ ਨਹੀਂ ਪਿਆ ਲੱਭਦਾ। ਹਾਂਜੀ। ਸ਼ਰਵਣਨ ਬਿਕਲ ਭਏ ਸੰਗ ਤੇਰੇ, ਸਵਰਨਨ ਬਿਗਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਡਰਕ ਪਰੇ ਹੈ, ਕਰਮ ਕਰੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੈ ਬਾਤਾ, ਸਵਰਨਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨ ਨਿਕਸੈ ਬਾਤਾ। ਵੇਖੋ ਜੀਵਨ ਦੀ ਜਾਂਚ ਬਦਲ ਗਈ। ਸਵਰਨਨ ਨੇ ਸਵਰਨ ਹੁੰਦੇ ਨੇ ਸਾਡੇ ਕੰਨ, ਕਹਿੰਦੇ ਇਹ ਬਿਕਲ ਭਏ ਹੈ, ਭਾਵ ਇਹ ਬੋਲੇ ਹੋ ਗਏ, ਇਹ ਹੁਣ ਨਿੰਦਿਆ ਨਹੀਂ ਸੁਣਦੇ, ਇਹ ਕੰਨ ਨਿੰਦਿਆ ਵਾਲੇ ਪਾਸੇ ਤੋਂ ਬੋਲੇ ਹੋ ਗਏ। ਇੰਦਰੀ ਕਾ ਬਲ ਥਾਕਾ,
ਇਹਨੇ ਜਿਹੜੀਆਂ ਸਨੇ ਇੰਦਰੀਆਂ ਸਨ ਨਾ ਦੌੜੀਆਂ ਫਿਰਦੀਆਂ ਜਿਹੜੀਆਂ ਚਾਰੇ ਪਾਸੇ ਨੂੰ, ਇਹਦਾ ਤੇਜ ਵੀ ਘਟ ਗਿਆ। ਚਰਨ ਰਹੇ ਕਰ ਢਰਕ ਪਰੇ ਹੈ, ਪੈਰ ਭੈੜੇ ਪਾਸੇ ਜਾਣੋਂ ਹਟ ਗਏ, ਹੱਥ ਢਿੱਲੇ ਪੈ ਗਏ ਵਿਕਾਰ ਕਰਨ ਤੋਂ, ਚੋਰੀਆਂ ਕਰਨ ਤੋਂ। ਮੁਖੋਂ ਨਾ ਨਿਕਸੈ ਬਾਤਾਂ, ਕਹਿੰਦੇ ਹੁਣ ਮੁਖੋਂ ਬਹੁਤੀਆਂ ਫਜ਼ੂਲ ਗੱਲਾਂ ਨਹੀਂ ਕਰਦਾ, ਮੁਖੋਂ ਨਿੰਦਿਆ ਚੁਗਲੀ ਨਹੀਂ ਕਰਦਾ, ਇਹ ਮੁਖੋਂ ਹੁਣ ਭੈੜੇ ਬੋਲ ਨਹੀਂ ਬੋਲਦਾ। ਇੱਥੇ ਬਾਤਾਂ ਤੋਂ ਪਾਵੈ ਜਿਉਂ ਬੇਗੁਰਾ ਬਹੁ ਬਾਤਾਂ ਜਾਣੈ, ਕਹਿੰਦੇ ਨਾ ਮਹਾਰਾਜ, ਕਹਿੰਦੇ ਹੁਣ ਉਹ ਬਹੁਤੀਆਂ ਗੱਲਾਂ ਨਹੀਂ ਕਰਦਾ, ਭਾਵ ਫਜ਼ੂਲ ਗੱਲਾਂ ਫਾਲਤੂ ਦੀਆਂ ਗੱਲਾਂ ਤਿਆਗ ਦਿੱਤੀਆਂ ਇਸ ਨੇ। ਹਾਂਜੀ। ਥਾਕੇ ਪੰਚ ਦੂਤ ਸਭ ਤਸਕਰ, ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਭ੍ਰਮ ਤੇ, ਆਪ ਆਪਣੇ ਭ੍ਰਮ ਤੇ। ਥਾਕਾ ਮਨ ਕੁੰਚਰ ਉਰ ਥਾਕਾ, ਤੇਜ ਸੂਤ ਧਰ ਰਮਤੇ, ਥਾਕੇ ਪੰਜ ਦੂਤ ਸਭ ਤਸਕਰ, ਆਪ ਆਪਣੇ ਭ੍ਰਮ ਤੇ। ਕਹਿੰਦੇ ਹੁਣ ਅੰਦਰਲੇ ਪੰਜੇ ਦੂਤ ਜਿਹੜੇ ਸਾਡੇ ਅੰਦਰੋਂ ਸਾਡੀਆਂ ਚੰਗਿਆਈਆਂ ਨੂੰ ਚੁਰਾ ਲੈਂਦੇ ਸਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੇਖੋ ਕਹਿੰਦੇ ਥੱਕ ਗਏ ਹੁਣ। ਭਾਵ ਐਸੀ ਕਿਰਪਾ ਹੋਈ ਅੰਦਰ ਹੁਣ ਨਾ ਤ੍ਰਿਸ਼ਨਾਵਾਂ ਨੇ, ਨਾ ਇਸ਼ਰਾਵਾਂ ਨੇ, ਨਾ ਹੀ ਫੁਰਨੇ ਫੁਰਦੇ ਨੇ। ਜਿਹੜੇ ਆਪਣੇ ਆਪ ਦੌੜੇ ਫਿਰਦੇ ਸਨ, ਭੱਜੇ ਫਿਰਦੇ ਸਨ ਅੰਦਰ, ਕਹਿੰਦੇ ਉਹ ਵੀ ਟਿਕ ਕੇ ਬਹਿ ਗਏ ਹੁਣ। ਥਾਕਾ ਮਨ ਕੁੰਚਰੇ ਉਰ ਥਾਕਾ, ਤੇਜ ਸੂਤ ਧਰ ਰਮਤੇ। ਮਨ ਨੂੰ ਮਹਾਰਾਜ ਕੁੰਚਰ ਕਹਿੰਦੇ ਨੇ, ਹਾਥੀ ਦੀ ਤਾਕਤ ਵਰਗਾ। ਕਹਿੰਦੇ ਇੰਨੀ ਤਾਕਤ ਹੈ ਇਹਦੇ ਵਿੱਚ, ਹਾਥੀ ਵਾਂਗੂ ਸੀ। ਕਹਿੰਦੇ ਉਹ ਵੀ ਹੁਣ ਟਿਕ ਕੇ ਬੈਠ ਗਿਆ। ਜਿਹੜਾ ਕਿ ਸੂਤਰਧਾਰ ਬਣਿਆ ਹੋਇਆ ਸੀ, ਜਿਹੜਾ ਸਾਰੀਆਂ ਇੰਦਰੀਆਂ ਨੂੰ ਚਲਾਉਣ ਵਾਲਾ ਸੀ, ਕਹਿੰਦੇ ਉਹ ਵੀ ਹੁਣ ਟਿਕ ਕੇ ਬੈਠ ਗਿਆ। ਇਹ ਸਿਮਰਨ ਦੀ ਬਰਕਤ ਹੈ, ਕਿਉਂਕਿ ਪਹਿਲੀ ਗੱਲ ਹੀ ਮਾਰਾ ਉੱਤੇ ਕਰੇ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਇਹ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਉਹਨੇ ਸਾਰਾ ਕੁਝ ਖਿੱਚ ਲਿਆ ਨਾਲ। ਹਾਂਜੀ। ਮ੍ਰਿਤਕ ਭਏ ਦਸੇ ਬੰਦ ਛੂਟੇ, ਨਿਰਤਕ ਭਏ ਦਸੈ ਬੰਦ ਛੂਟੇ। ਮਿਰਤ ਭਾਈ ਸਭ ਛੋਰੇ, ਮਿੱਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਮਿਰਤਕ ਭਏ ਦਸੈ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਕਹਿੰਦੇ ਮਿਰਤਕ ਭਏ, ਜਿਹੜੇ ਸ਼ਬਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਅੰਦਰੋਂ ਜਿਨ੍ਹਾਂ ਦਾ ਮਨ ਮਰ ਗਿਆ, ਜਿਨ੍ਹਾਂ ਦਾ ਮਨ ਕਾਬੂ ਹੋ ਗਿਆ, ਭੈੜੇ ਵਿਕਾਰ ਅੰਦਰੋਂ ਖਤਮ ਹੋ ਗਏ, ਕਹਿੰਦੇ ਉਹ ਨੇ ਮਰੇ। ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਇਸ ਤਰ੍ਹਾਂ ਮਰੇ ਨੇ ਅੰਦਰੋਂ, ਜਿਹੜੇ ਵਿਕਾਰਾਂ ਨੂੰ, ਹਉਮੈ ਨੂੰ, ਹੰਕਾਰ ਨੂੰ, ਤ੍ਰਿਸ਼ਨਾਵਾਂ ਨੂੰ, ਆਪਣੇ ਸਰੀਰ ਨੂੰ ਪੂਰਾ ਕੰਟਰੋਲ ਵੀ ਜਿਨ੍ਹਾਂ ਨੇ ਕਰ ਲਿਆ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਈ। ਕਹਿੰਦੇ ਭਾਈ ਉਹਨਾਂ ਨੇ ਦਸੇ ਬੰਦ ਛੂਟੇ। ਇਹ ਦਸੇ ਗਿਆਨ ਇੰਦਰੀਆਂ ਸਾਡੀਆਂ ਜਿਹੜੀਆਂ ਸਨ, ਉਹਨਾਂ ਤੋਂ ਛੁਟਕਾਰਾ ਮਿਲਿਆ। ਮਿੱਤਰ ਭਾਈ ਸਭ ਛੋਰੇ। ਮਿੱਤਰ ਭਾਈ ਕਿਹੜੇ ਨੇ ਸਨ ਇਹਨਾਂ ਦੇ? ਇਹ ਜਿਨ੍ਹਾਂ ਨਾਲ ਮਿੱਤਰਤਾ ਸੀ ਇਹਦੀ, ਵਿਕਾਰਾਂ ਨਾਲ, ਹਉਮੈ ਨਾਲ, ਹੰਕਾਰ ਨਾਲ, ਈਰਖਾ ਨਾਲ, ਕਾਮ, ਕ੍ਰੋਧ, ਲੋਭ, ਮੋਹ, ਇਹਨਾਂ ਨਾਲ ਕਹਿੰਦੇ ਹੁਣ ਛੁਟਕਾਰਾ ਹੋ ਗਿਆ, ਇਹਦਾ ਛੱਡ ਦਿੱਤੇ ਸਾਰੇ। ਕਹਿਤ ਕਬੀਰਾ ਜੋ ਹਰ ਧਿਆਵੈ, ਕਿਉਂਕਿ ਫੈਸਲਾ ਦਿੰਦੇ ਨੇ, ਕਹਿੰਦੇ ਜਿਹੜਾ ਹਰੀ ਨੂੰ ਧਿਆਉਂਦਾ, ਕਬੀਰ ਸਾਹਿਬ ਕਹਿੰਦੇ ਭਾਈ, ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਜਿਹਨੇ ਹਰੀ ਨੂੰ ਧਿਆਇਆ ਉਹਨੇ ਜਿਉਂਦੇ ਜੀ ਇਸ ਤਰ੍ਹਾਂ ਆਪਣੇ ਬੰਧਨ ਛੱਡ ਦਿੱਤੇ, ਤਿਆਗ ਦਿੱਤੇ। ਇਹ ਨੇ ਸਾਡੇ ਬੰਧਨ ਜਿਹੜੇ ਉੱਪਰ ਮਨ ਦੱਸਦੇ ਆ ਰਹੇ ਨੇ ਕਿ ਉਹਨਾਂ ਨੇ ਜਿਉਂਦੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ, ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਸਿਮਰਿਆ, ਉਹਨਾਂ ਨੇ ਜਿਉਂਦੇ ਜੀ ਇਹਨਾਂ ਬੰਧਨਾਂ ਨੂੰ ਤੋੜਿਆ। ਹਾਂਜੀ। ਆਸਾ ਆਸਾ ਇੱਕ ਤੁਕੇ ਚਾਰ, ਸਰਪਨੀ ਤੇ ऊपर नहीं बलिया, जिन ब्रह्मा विष्णु महादेव छलिया,
मार मार सृपनी निर्मल जल पैठी। जिन त्रिभवन डसियले गुर प्रसाद डिठी। रहाओ ਆਸਾ ਇੱਕ ਤੁਕੇ ਚਾਰ। ਆਸਾ ਰਾਗ ਵਿੱਚ ਜਿਹੜੇ ਅਗਲੇ ਸ਼ਬਦ ਆਉਣਗੇ ਉਹ ਇੱਕ ਤੁਕੇ ਦੇ ਨੇ, ਚਾਰ ਸ਼ਬਦ ਨੇ। ਕਬੀਰ ਸਾਹਿਬ ਸੰਕੇਤ ਕਰਦੇ ਨੇ। ਹੁਣ ਗੱਲ ਕਰਦੇ ਨੇ ਕਿ ਮਾਇਆ ਦੀ। ਅਸੀਂ ਕਹਿੰਦੇ ਹਾਂ ਜੀ ਮਾਇਆ ਦਾ ਪ੍ਰਭਾਵ ਹੈ। ਇਹ ਸੰਸਾਰ ਦੇ ਉੱਤੇ ਮਾਇਆ ਨੇ ਚੰਗਿਆਂ ਚੰਗਿਆਂ ਨੂੰ ਥੱਲੇ ਸੁੱਟਿਆ। ਐਸੀ ਕੋਈ ਗੱਲ ਨਹੀਂ, ਕਿਉਂਕਿ ਮਾਇਆਵੀ ਹੈ ਸੰਸਾਰ ਜਿਹੜਾ ਹੈ। ਮਾਇਆ ਦਾ ਪ੍ਰਭਾਵ ਹੈ, ਕਿਉਂਕਿ ਮਾਇਆ ਹੀ ਸਾਨੂੰ ਪ੍ਰਮਾਤਮਾ ਨਾਲੋਂ ਵਿਛੋੜਦੀ ਹੈ। ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ ਮਾਇਆ ਦੀ ਡੈਫੀਨੇਸ਼ਨ ਬੜੇ ਵਧੀਆ ਢੰਗ ਨਾਲ ਦਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਸਾਨੂੰ ਮੋਹ ਪੈਦਾ ਕਰਕੇ ਦੂਜੇ ਭਾਵ ਵਿੱਚ ਲਾ ਦਿੰਦੀ, ਉਹਨੂੰ ਮਾਇਆ ਕਹਿੰਦੇ ਨੇ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਕਬੀਰ ਸਾਹਿਬ ਕਹਿੰਦੇ ਸਾਰੀ ਕਹਿੰਦੇ ਨੇ ਜੀ ਇਹ ਸਰਪਣੀ ਕਹਿੰਦੇ ਨੇ, ਇਹਨੂੰ ਸੱਪਣੀ ਕਹਿੰਦੇ ਨੇ ਮਾਇਆ ਨੂੰ। ਕਹਿੰਦੇ ਇਹਦੇ ਤੋਂ ਉੱਪਰ ਬਲ ਵਾਲਾ ਕੋਈ ਨਹੀਂ। ਇਹਨੇ ਦੇਵਤਿਆਂ ਦੇ ਸਿਰਮੌਰ ਦੇਵਤੇ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼, ਬ੍ਰਹਮੇ ਨੂੰ, ਵਿਸ਼ਨੂੰ ਨੂੰ, ਮਹਾਦੇਵ ਨੂੰ, ਕਹਿੰਦੇ ਇਹਨਾਂ ਨੂੰ ਵੀ ਛਲਿਆ, ਇਹਨਾਂ ਨੂੰ ਵੀ ਧੋਖਾ ਦੇ ਗਈ ਇਹ ਮਾਇਆ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ। ਕਹਿੰਦੇ ਮਾਰੋ ਮਾਰ ਕਰਦੀ ਹੈ, ਪਰ ਨਿਰਮਲ ਜਲ ਭਾਵ ਸਾਧ ਸੰਗਤ ਉੱਥੇ ਆ ਕੇ ਬਹਿ ਜਾਂਦੀ ਹੈ। ਕਹਿੰਦੇ ਦੇਖਿਓ ਜਿਹੜੇ ਸੱਪ ਫੜਨ ਵਾਲੇ ਹੁੰਦੇ ਉਹਨਾਂ ਕੋਲ ਜਦ ਛੋਟੇ ਛੋਟੇ ਹੁੰਦੇ ਸੀ ਉਹਨਾਂ ਕੋਲ ਮਣਕਾ ਹੁੰਦਾ ਸੀ, ਉਹ ਸੱਪ ਦੇ ਕੋਲ ਕਰੋ ਤੇ ਉਹ ਸੱਪ ਥੱਲੇ ਬੈਠ ਜਾਂਦਾ ਨਾਲ ਦੀ ਨਾਲ। ਇਸੇ ਤਰ੍ਹਾਂ ਹੀ ਇਹ ਨਾਮ ਰੂਪੀ ਮਣਕੇ ਨਾਲ ਇਹ ਮਾਇਆ ਥੱਲੇ ਬੈਠ ਜਾਂਦੀ। ਜਿਨ੍ਹਾਂ ਕੋਲ ਨਾਮ ਹੈ, ਸਿਮਰਨ ਹੈ, ਇਹ ਮਾਇਆ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ। ਇਹ ਵੀ ਨਾਲ ਹੈ, ਉਹਨਾਂ ਨੇ ਤੇ ਨਹੀਂ ਵਿੱਚੇ ਮਾਇਆ ਪਾਇਆ, ਉਹ ਵਿੱਚੇ ਰਹਿੰਦਿਆਂ ਹੋਇਆਂ ਮਾਇਆ ਦਾ ਪ੍ਰਭਾਵ ਤੋਂ ਪਰਾਂ ਰਹਿੰਦੇ ਨੇ। ਤਾਂ ਮਾਰੇ ਕਹਿੰਦੇ ਉੱਥੇ ਬੈਠ ਗਈ ਸਾਧ ਸੰਗਤ ਵਿੱਚ ਆ ਕੇ। ਨਿਰਮਲ ਜਲ ਭਾਵ ਨਾਮ ਰੂਪੀ ਜਲ ਜਿੱਥੇ ਵਰਸਦਾ ਹੈ ਉੱਥੇ ਇਹ ਬੈਠ ਗਈ, ਉਂਝ ਤੇ ਮਾਰੋ ਮਾਰ ਕਰਦੀ ਆ ਰਹੀ ਹੈ। ਜਿਨ ਤ੍ਰਿਭਵਨ ਡਸੀਲੇ ਗੁਰ ਪ੍ਰਸਾਦ ਡਿਠੀ। ਕਹਿੰਦੇ ਇਹਨੇ ਤਿੰਨਾਂ ਭਵਨਾਂ ਨੂੰ ਦੱਸਿਆ ਹੈ ਇਸ ਮਾਇਆ ਨੇ, ਪਰ ਗੁਰੂ ਨੇ ਕਿਰਪਾ ਕੀਤੀ, ਸਾਨੂੰ ਵਿਖਾ ਦਿੱਤੇ ਇਹਦੇ ਕਾਰਨਾਮੇ, ਸਾਨੂੰ ਸਮਝ ਆ ਗਈ ਮਾਇਆ ਦੀ। ਹਾਂਜੀ। सरपनी सरपनी क्या कहो भाई। जिन साच पछानया तिन सरपनी खाई। ਸਰਪਣੀ ਸਰਪਣੀ ਕਿਆ ਕਹੋ ਭਾਈ। ਕਬੀਰ ਸਾਹਿਬ ਕਹਿੰਦੇ ਭਾਈ ਕਿਉਂ ਸਪਣੀ ਸਪਣੀ ਲਾਈ ਤੁਸੀਂ, ਕਿਉਂ ਡਰੀ ਜਾਂਦੇ ਹੋ। ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਈ। ਉਂਝ ਤੇ ਮਾਇਆ ਨੇ ਸਾਰਿਆਂ ਨੂੰ ਖਾਧਾ ਹੈ, ਪਰ ਜਿਹਨੇ ਸੱਚ ਨੂੰ ਪਛਾਣ ਲਿਆ ਭਾਵ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ ਉਹ ਇਹ ਮਾਇਆ ਨੂੰ ਖਾ ਗਏ। ਭਾਵ ਮਾਇਆ ਦਾ ਉਹਨਾਂ ਉੱਤੇ ਕੋਈ ਪ੍ਰਭਾਵ ਨਹੀਂ ਹੈ। ਹਾਂਜੀ। ਸਰਪਨੀ ਤੇ ਆਨ ਛੂਛ ਨਹੀਂ ਅਵਰਾ। ਸਰਪਣੀ ਤੇ ਆਨ ਛੂਛ ਨਹੀਂ ਅਵਰਾ। ਸਰਪਨੀ ਜੀਤੀ ਕਹਾਂ ਕਰੈ ਜਮਰਾ। ਸਰਪਣੀ ਤੇ ਆਨ ਛੂਛ ਨਹੀਂ ਅਵਰਾ। ਸਰਪਣੀ ਜੀਤੀ ਕਹਾਂ ਕਰੈ ਜਮਰਾ। ਕਬੀਰ ਸਾਹਿਬ ਕਹਿੰਦੇ ਇਸ ਮਾਇਆ ਤੋਂ ਨਕਮੀ ਚੀਜ਼ ਕੋਈ ਨਹੀਂ। ਪਰ ਅਸੀਂ ਵੇਖੋ ਜਦੋਂ ਵੀ ਮੰਗਦੇ ਹਾਂ ਮਾਇਆ ਮੰਗਦੇ ਹਾਂ। ਮਾਇਆ ਮਨੋ ਨ ਬੀਸਰੈ ਮੰਗੈ ਦਮਾ ਦਮ। ਜਦੋਂ ਵੀ ਮੰਗਦੇ ਹਾਂ ਮਾਇਆ ਹੀ ਮੰਗਦੇ ਹਾਂ, ਕਿਉਂਕਿ ਇਹ ਸਾਡੇ ਅੰਦਰ ਨਕਮੀਆਂ ਚੀਜ਼ਾਂ ਪੈਦਾ ਕਰਦੀ ਹੈ। ਸਰਪਣੀ ਜੀਤੀ ਕਹਾਂ ਕਰੈ ਜਮਰਾ, ਕਿਉਂਕਿ ਇਹ ਸਰਪਣੀ ਭਾਵ ਇਹ ਮਾਇਆ ਕਰਕੇ ਹੀ ਸਾਡਾ ਜਨਮ ਮਰਨ ਬਣਿਆ ਰਹਿੰਦਾ ਹੈ। ਮਾਇਆ ਕਰਕੇ ਹਉਮੈ ਉਪਜਦੀ ਹੈ, ਮਾਇਆ ਕਰਕੇ ਮੋਹ ਉਪਜਦਾ ਹੈ, ਤੇ ਉਹਦੇ ਕਰਕੇ ਸਾਡਾ ਜਨਮ ਮਰਨ ਬਣਿਆ ਰਹਿੰਦਾ ਹੈ। ਕਹਿੰਦੇ ਜਿਨ੍ਹਾਂ ਨੇ ਇਹਨੂੰ ਜਿੱਤ ਲਿਆ ਇਹ ਫਿਰ ਜਾਮੋ ਦਾ ਕੀ ਕਰ ਸਕਦੇ ਨੇ, ਕੁਝ ਵੀ ਨਹੀਂ ਕਰ ਸਕਦੇ। ਉਹ ਜੰਮਣ ਮਰਨ ਦੇ ਗੇੜ ਤੋਂ ਬਾਹਰ ਹੋ ਜਾਂਦੇ ਨੇ। ਹਾਂਜੀ। ਇਹ ਸਰਪਣੀ ਤਾਂ ਕੀ ਕੀਤੀ ਹੋਈ। ਇਹ ਸਰਪਣੀ ਤਾਂ ਕੀ ਕੀਤੀ ਹੋਈ। ਬਾਲੇ ਅਬਲ ਕਿਆ ਇਸਤੇ ਹੋਈ।
ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸਤੇ ਹੋਈ। ਸਾਨੂੰ ਮਹਾਰਾਜ ਪੋਜ਼ਿਟਿਵ ਕਰਦੇ ਨੇ, ਕਿਉਂਕਿ ਗੁਰਬਾਣੀ ਸਾਨੂੰ ਡਰਾਉਂਦੀ ਨਹੀਂ, ਗੁਰਬਾਣੀ ਸਾਨੂੰ ਪੁਸ਼ ਕਰਦੀ ਅੱਗੇ ਨੂੰ ਹੋਰ, ਵੀ ਡਰਨ ਵਾਲੀ ਕੋਈ ਗੱਲ ਨਹੀਂ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਕਿਉਂਕਿ ਜਿੱਥੇ ਉਸ ਮਾਲਕ ਨੇ ਇੰਨਾ ਕੁਝ ਬਣਾਇਆ ਹੈ, ਇਹ ਮਾਇਆ ਵੀ ਉਹਨੇ ਬਣਾਈ ਹੈ, ਇਹ ਮਾਇਆ ਵੀ ਉਸ ਮਾਲਕ ਦੀ ਬਣਾਈ ਹੋਈ ਹੈ, ਇਹਦੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ। ਬਲ ਅਬਲ ਕਿਆ ਇਸ 'ਤੇ ਹੋਈ, ਭਾਵ ਜ਼ੋਰ ਹੋਣਾ ਜਾਂ ਨਾ ਹੋਣਾ ਇਹਦੇ ਵੱਸ ਦਾ ਕੰਮ ਨਹੀਂ। ਜਿਨ੍ਹਾਂ ਕੋਲੇ ਨਾਮ ਰੂਪੀ ਜਲ ਹੈ, ਇਹ ਮਾਇਆ ਉਹਦਾ ਕੁਝ ਨਹੀਂ ਕਰ ਸਕਦੀ। ਮਰ ਕੇ ਡਰਨ ਦੀ ਲੋੜ ਨਹੀਂ। ਹੁਣ ਵੇਖੋ, ਬੰਦੇ ਕੋਲੇ ਲਾਈਟ ਹੋਵੇ ਤੇ ਹਨੇਰੇ ਤੋਂ ਡਰੀ ਜਾਵੇ, ਫਿਰ ਵੀ ਮਾੜੀ ਗੱਲ ਹੈ ਨਾ। ਸਭ ਕੁਝ ਹੁੰਦਿਆਂ ਹੋਏ ਵੀ ਬੰਦਾ ਡਰਿਆ ਹੋਇਆ, ਅਸੀਂ ਡਰੇ ਹੋਏ ਹਾਂ ਇਸ ਬਿਨਾਂ ਕਿਸੇ ਕਾਰਨ ਤੋਂ, ਮਾਇਆ ਤੋਂ। ਤੇ ਮਰ ਕੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਤੂੰ ਪਰਮਾਤਮਾ ਨਾਮ ਜਪ। ਇਹ ਬਲ ਅਬਲ ਜ਼ੋਰ ਹੈ ਜਾਂ ਨਹੀਂ ਹੈ, ਇਹਦੀ ਵੱਸ ਦਾ ਕੰਮ ਨਹੀਂ ਹੈ, ਇਹ ਤੇ ਉਸ ਮਾਲਕ ਵੱਲੋਂ ਹੀ ਬਣਾਈ ਹੋਈ ਹੈ। ਹਾਂਜੀ। ਇਹ ਬਸਤੀ ਤਾਂ ਬਸਤ ਸਰੀਰਾ, ਇਹ ਬਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਇਹ ਬਸਤੀ ਤਾਂ ਬਸਤ ਸਰੀਰਾ, ਜਿੰਨਾ ਚਿਰ ਇਹ ਮਨ 'ਚ ਵਸੀ ਰਹੇਗੀ ਮਾਇਆ, ਉਹਨਾਂ ਚਿਰ ਜਨਮ ਧਾਰਦਾ ਰਹੇਗਾ, ਸਰੀਰ ਬਦਲਦਾ ਰਹੇਗਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਕਬੀਰ ਸਾਹਿਬ ਕਹਿੰਦੇ ਭਾਈ ਗੁਰੂ ਦੀ ਕਿਰਪਾ ਨਾਲ ਸਹਿਜੇ ਸੁਭਾਵਿਕ ਹੀ ਉਸ ਪਰਮਾਤਮਾ ਨਾਮ ਜਪਦਿਆਂ ਸਹਿਜ ਅਵਸਥਾ 'ਚ ਹੁੰਦਿਆਂ ਹੋਇਆਂ ਇਹ ਸੰਸਾਰ ਸਾਗਰ ਤੋਂ, ਇਸ ਮਾਇਆ ਤੋਂ ਤਰ ਗਏ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਹਦਾ ਨਾਮ ਜਪਿਆ, ਸਿਮਰਿਆ, ਅਰਾਧਿਆ, ਉਹ ਇਸ ਮਾਇਆ ਨੂੰ ਵੀ ਪਾਰ ਕਰ ਗਏ, ਭਾਵ ਇਸ ਮਾਇਆ ਦੇ ਬਖੇੜਿਆਂ ਵਿੱਚ ਨਹੀਂ ਪਏ। ਵਾਹਿਗੁਰੂ ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।